गुरु रू प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत विजय ਸਿੰਘ ਆਪ जी ਨੂੰ पढ़ के सरवण करा रहे सी। आओ उसका अगला हिस्सा सरवण करने की कोशिश करिए जी। 11वां कांड। जे को सत करे सो छीजे, तप कर तप न होई, जे को नाम लए बदनामी, कल के लखण एई। सत धर्म कायम रखण वालियां नूं दुनिया दुख देंदी है, नाम सिमरन वालियां दी बदनामी हुंदी है ते घर घर वारां तुरदियां हन। अंत इथों तक हुंदा है कि दुनिया उन्हां दियां जिंदां नूं भी नहीं छड्डदी। पर वाह धर्मियों, तुसी जिंदां देंदे भी हसदे हो। कारण यह है कि इन्हां लोकां दे हिरदे विच सारे कारणां दा कारण परमात्मा इउं प्रकाशित हुंदा है जिकुर दिन नूं सूरज, जिकुर चानण विच जीव नहीं काबरदे, तिवें धर्मी जीव परमात्मा दे मिलाप होए ते उसदे प्यार ते चानणे विच नहीं डोलदे। शील कौर ते भुजंगी लाहौर नूं तोरे गए। जिस जथे विच धर्मी जीव तुरे सन सो 5-7 होर सिखां कैदियां दी मंडली सी, और कुछ बादशाही खुनामियां करन वाले होर कैदी भी सन। 25-30 को आदमी इस्त्रियां दी भीड़ भाड़ सी, और एक दस्ता सिपाहियां दा, 2 हवालदार ते एक जमादार नाल सन। ਇਹ ਅਹਿਦੀ एक कठोरता दा काम करदियां करदियां पत्थर चित होए होए सन, और इन्हां दे जमादार दा डाकू टोलियां नाल संबंध सी, जिन्हां दी लुट दी पत्ती नाले मालामाल हो रहा सी, और अपना पिंड वसा लिया सासू। नौकरी इस वास्ते करी जांदा सी कि जद कदे उसदे धाड़वी मित्र फड़े जांदे तद किसे ना किसे हीले नाल उन्हां नूं छुड़वा दिंदा सी। उस हनेरे समय कई ऐसे हाकम होंदे से जो उपरों तां सरकारी नौकर बने रहंदे ते अंदरों प्रजा दा घात करवाउंदे रहंदे। जद पातशाहां तक खबर पहुंच जांदियां तद सिखां दे मथे मल के छुटकारा पा जांदे, और बहुत वेरी बेगुनाह सिखां नूं फड़ा के अगे ढो देंदे कि इन्हां ने डाके मारियां नाल देश नूं लुटिया है। एक और अनेकां बेगुनाह परमेश्वर दे प्यारे सिख जो बेगुनाहां नूं मारन दा वल भी नहीं जाणदे से, और धर्म दी कौडी बिना फुली दा डोडा भी अंगीकार नहीं करदे से, जिंदा गुआ बैठदे से। जे तां वड्डे हाकम कोई दिल देण वाले हुंदे तां सच झूठ दे नितारे हुंदे, पर ਉਹ ਤਾਂ ਅੱਗੇ ਹੀ ਸਿੱਖ ਨਾਮ ਤੋਂ ਗੁੱਸੇ ਵਿੱਚ ਭਰੇ ਪੀਤੇ ਰਹਿੰਦੇ ਸਨ। ਜਦ ਛੋਟੇ ਹਾਕਮ ਉਂਝ ਸਿੱਖਾਂ ਨੂੰ ਲਾਉਂਦੇ ਤਾਂ ਉਹ ਝੱਟ ਅਮੰਦਾ ਕਰ ਲੈਂਦੇ, ਸੱਚ ਝੂਠ ਦੇ ਨਿਤਾਰੇ ਦਾ ਯਤਨ ਨਾ ਕਰਦੇ। ਜਿਕਰ ਅੱਜ ਕੱਲ੍ਹ ਅਦਾਲਤਾਂ ਬਣੀਆਂ ਹੋਈਆਂ ਹਨ, ਪੁਲਿਸ ਜੁਦਾ ਹੈ, ਅਦਾਲਤਾਂ ਵੱਖ ਹਨ, ਫਿਰ ਇੱਕ ਤੋਂ ਦੂਈ ਤੇ ਦੂਈ ਤੋਂ ਅੱਗੇ ਸੂਬੇ ਦੀਆਂ ਵੱਡੀਆਂ ਅਦਾਲਤਾਂ ਹਨ। ਕਾਨੂੰਨ ਬਣੇ ਹੋਏ ਹਨ ਤੇ ਕਾਨੂੰਨ ਦੀ ਰਹਿਬਰੀ ਵਿੱਚ ਤੁਰਨ ਲਈ ਵੀ ਕਾਨੂੰਨ ਲਿਖੇ ਹੋਏ ਹਨ ਤੇ ਵਕੀਲ ਮਦਦ ਲਈ ਹਨ ਆਦਿਕ। ਚਾਹੇ ਮਾੜੇ ਹਾਕਮ ਇਸ ਸਿਲਸਿਲੇ ਵਿੱਚ ਵੀ ਮਾੜਾਪਨ ਕਰ ਸਕਦੇ ਤੇ ਕਰ ਜਾਂਦੇ ਹਨ, ਪਰ ਕੋਈ ਤਰੀਕਾ ਤਾਂ ਹੈ, ਤੇ ਇਸ ਤਰ੍ਹਾਂ ਸੱਚ ਝੂਠ ਦੇ ਨਿੱਤਰ ਪੈਣ ਦਾ ਵਧੇਰੇ ਮੌਕਿਆ ਵੀ ਹੁੰਦਾ ਹੈ। ਨਾ ਤਾਂ ਇਸ ਪ੍ਰਕਾਰ ਦੇ ਕੋਈ ਤਰੀਕੇ ਉਸ ਸਮੇਂ ਹੈ ਸਨ, ਤੇ ਨਾ ਹੀ ਅਕਬਰ ਵਾਲੀ ਚੋਣ ਹਾਕਮਾਂ ਦੀ ਸੀ ਕਿ ਨੇਕ ਧਰਮੀ ਢੂੰਡ ਕੇ ਰੱਖੇ ਜਾਣ ਤੇ ਨਿਆਂ ਕਰਨ ਦਾ ਪੂਰਾ ਯਤਨ ਹੋਵੇ। ਨਾ ਹੀ ਮਹਾਰਾਜਾ ਰਣਜੀਤ ਸਿੰਘ ਵਾਲੇ ਕੰਮ, ਚੰਗੀ ਚੋਣ, ਆਪਣੀ ਨਿਗਰਾਨੀ ਤੇ ਅਦਲ ਵੱਲ ਖਾਸ ਤਵੱਜੋ ਦਾ ਤਰੀਕਾ ਸੀ। ਇਸ ਸਮੇਂ ਤਾਂ ਅਨਿਆਏ ਕਈ ਢੰਗਾਂ ਨਾਲ ਪਰਵਿਰ ਸੀ, ਜਿਵੇਂ ਪਠਾਣਾ ਦੇ ਅੰਤ ਸਮੇਂ ਅੰਧਕਾਰ ਸੀ, ਜਿਸ ਬਾਬਤ ਸਤਿਗੁਰੂ ਨਾਨਕ ਦੇਵ ਜੀ ਨੇ ਡਿੱਠਾ ਹਾਲ ਦੱਸਿਆ ਹੈ। ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਤੇ ਭਾਈ ਗੁਰਦਾਸ ਜੀ ਨੇ ਦੱਸਿਆ ਹੈ, ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਈ। ਉਸੇ ਤਰ੍ਹਾਂ ਇਸ ਮੁਗਲਾਂ ਦੇ ਅਖੀਰਲੇ ਸਮੇਂ ਵੀ ਧੱਕੇਸ਼ਾਹੀ ਪ੍ਰਧਾਨ ਸੀ। ਜਦ ਇਹ ਕੈਦੀ ਤੁਰੇ ਤਦ ਇੱਕ ਕੈਦੀ ਦੇ ਨਾਲ 2-2 ਸਿਪਾਹੀ ਕੀਤੇ ਗਏ। ਕੈਦੀਆਂ ਦੇ ਹੱਥ ਵੀ ਬੰਨੇ ਹੋਏ ਸੀ। ਇਸ ਪ੍ਰਕਾਰ ਦੁੱਖਾਂ ਦੇ ਪੈਂਡੇ ਮੁਕਾਉਂਦਿਆਂ ਜਦ 2 ਕੋ ਦਿਨ ਬੀਤੇ ਤਦ ਜਮਾਦਾਰ ਸਾਹਿਬ ਦੀ ਸਵੇਰ ਸਾਰ ਸ਼ੀਲ ਕੌਰ ਪਰ ਨਜ਼ਰ ਪੈ ਗਈ। ਉਸਦੇ ਸੁਹਲ ਹੱਥਾਂ ਨੂੰ ਨੀਲ ਪਏ ਤੇ ਘਾਸਾਂ ਲੱਗ ਕੇ ਜੀਕਾਂ ਪੈ ਰਹੀਆਂ ਦੇ ਕਲੇਸ਼ ਨੂੰ ਦੇਖ ਕੇ ਇਸ ਦਾ ਕਰੜਾ ਹਿਰਦਾ ਵੀ ਪੰਗਰ ਪਿਆ। ਜਮਾਦਾਰ ਨੇ ਮਾਂ ਪੁੱਤਰ ਦੀਆਂ ਹਥਕੜੀਆਂ ਉਤਾਰਨ ਦਾ ਹੁਕਮ ਦਿੱਤਾ, ਔਰ ਸਿਪਾਹੀ ਇੱਕ ਹੋਰ ਉਹਨਾਂ ਦੇ ਨਾਲ ਕਰ ਦਿੱਤਾ।
ਰਾਤ ਆ ਗਈ। ਇੱਕ ਸਰਾਂ ਵਿੱਚ ਡੇਰਾ ਹੋਇਆ। ਸਭ ਕੈਦੀ ਉਸੇ ਤਰ੍ਹਾਂ ਦੁੱਖਾਂ ਦੇ ਵਿੱਚ ਪਏ ਰਾਤ ਬਿਤਾਉਣ ਲੱਗੇ। ਪਰ ਸ਼ੀਲ ਕੌਰ ਤੇ ਭੁਜੰਗੀ ਨੂੰ ਅੱਜ ਉਲਟਾ ਕੰਮ ਆ ਪਿਆ। ਚੰਗੇ ਸੁਥਰੇ ਕੋਠੇ ਵਿੱਚ ਉਤਾਰਾ ਮਿਲਿਆ। ਪੱਕੇ ਪਕਾਏ ਚੰਗੇ ਪ੍ਰਸ਼ਾਦੇ ਖਾਣ ਨੂੰ ਆਏ। ਸੌਣ ਵਾਸਤੇ ਕੁਝ ਬਿਸਤਰੇ ਆਦਿ ਸਾਮਾਨ ਵੀ ਆ ਮੌਜੂਦ ਹੋਏ। ਸ਼ੀਲ ਕੌਰ ਦਾ ਸਿਆਣਾ ਮਨ ਸੋਚਦਾ ਸੀ ਕਿ ਕੀ ਕਾਰਨ ਹੈ ਜੋ ਇਸ ਤਰ੍ਹਾਂ ਕਿਸਮਤ ਪਲਟਾ ਖਾ ਰਹੀ ਹੈ। ਜੀ ਵਿੱਚ ਲਖਦੀ ਸੀ ਕਿ ਕੋਈ ਹੋਰ ਬਲਾ ਆ ਰਹੀ ਜਾਪਦੀ ਹੈ। ਜੇਕਰ ਹਨੇਰੀ ਵਗਣ ਤੋਂ ਪਹਿਲੇ ਪੌਣ ਹਿਲਣੋਂ ਬਿਲਕੁਲ ਬੰਦ ਹੋ ਜਾਂਦੀ ਹੈ। ਮਾਨੋ ਹੈ ਹੀ ਨਹੀਂ। ਤਿਵੇਂ ਜਦ ਵਿਚਾਰੀ ਤੇ ਬਿਪਤਾ ਪਈ, ਪਹਿਲੇ ਪੂਰਨ ਚੁੱਪਚਾਪ ਜਿਹੀ ਨੇ ਮੂੰਹ ਦਿਖਾਇਆ ਤੇ ਫਿਰ ਬਿਪਤਾ ਨੇ ਆ ਦਬਾਇਆ। ਐਸੀਆਂ ਸੋਚਾਂ ਨੂੰ ਸੋਚਦੀ ਨੇ ਜਿਗਰ ਦੇ ਟੁਕੜੇ ਨੂੰ ਤਾਂ ਸੁਆ ਦਿੱਤਾ, ਪਰ ਆਪ ਬੈਠੀ ਪਾਠ ਲੱਗੀ ਕਰਨ। ਅੱਧੀ ਕੋ ਰਾਤ ਬੀਤ ਗਈ। ਬਾਣੀ ਦੇ ਪਾਠ ਦੀ ਮਧੁਰ ਸੁਰ ਨੇ ਬੈਕੁੰਠ ਦਾ ਪ੍ਰਭਾਵ ਬੰਨ ਦਿੱਤਾ ਔਰ ਉੱਚੜ ਚਿੱਤੀ ਲਾਵਣੇ ਵਾਲੀਆਂ ਘੜੀਆਂ ਆਨੰਦ ਵਿੱਚ ਬਤੀਤ ਹੋ ਗਈਆਂ। ਫਿਰ ਸ਼ੀਲ ਕੌਰ ਨਾਮ ਸਿਮਰਦੀ ਅੰਦਰ ਜੁੜਦੀ ਗਈ। ਇੰਨਾ ਜੁੜੀ ਕਿ ਅੰਗ ਵੀ ਹਿਲਣੋਂ ਰਹਿ ਗਏ। ਅੰਦਰਲੇ ਦਾ ਸਹਿਜ ਰੌਂ ਵਾਹਿਗੁਰੂ ਜੀ ਵਿੱਚ ਲੱਗ ਕੇ ਜੁੜ ਗਿਆ। ਜਦ ਸਭ ਦੁਨੀਆ ਸੌਂ ਗਈ ਔਰ ਕੋਈ ਜਾਗਦਾ ਨਾ ਰਿਹਾ, ਬਿਨਾਂ ਰੋਗੀ ਤੇ ਜੋਗੀ ਦੇ ਅਥਵਾ ਇਸ ਸਾਰੇ ਪਸਾਰੇ ਦੀ ਅੰਮਾ ਕੁਦਰਤ ਦੇ, ਤਦ ਸ਼ੀਲ ਕੌਰ ਦਾ ਬੂਹਾ ਖੜਕਿਆ, ਪਰ ਉਹ ਹਿੱਲੀ ਨਾ। ਘੜੀ ਕੋ ਮਗਰੋਂ ਚੂਥੀ ਪੁੱਟੀ ਗਈ ਔਰ ਇੱਕ ਸਿਪਾਹੀ ਨੇ ਸੁਣਾਵਣੀ ਸੁਣਾਈ ਕਿ ਜਮਾਦਾਰ ਸਾਹਿਬ ਯਾਦ ਕਰਦੇ ਹਨ। ਪਰ ਸ਼ੀਲ ਕੌਰ ਅਡੋਲ ਟਿੱਕੀ ਰਹੀ। ਉੱਤਰ ਤੱਕ ਨਹੀਂ ਮੂੰਹ ਨਿਕਲਿਆ। ਮਾਨੋ ਕੋਈ ਪੱਥਰ ਦੀ ਮੂਰਤੀ ਧਰੀ ਹੈ। ਜਿਉਂ-ਜਿਉਂ ਉਹ ਬੁਲਾਵੇ, ਉਸ ਭਜਨ ਮੂਰਤ ਦੀ ਅੰਦਰਲੀ ਬਿਰਤੀ ਇਕੱਠੀ ਹੀ ਹੋਈ ਰਹੀ। ਸਿਪਾਹੀ ਨੂੰ ਉਸ ਵੱਲ ਤੱਕ ਕੇ ਕੁਝ ਪੈ ਆਇਆ। ਭੈ ਖਾ ਕੇ ਹੱਕਾ ਬੱਕਾ ਹੋ ਕੇ ਪਿੱਛੇ ਮੁੜ ਗਿਆ ਔਰ ਜਾ ਖਬਰ ਸੁਣਾਈ ਉਸ ਕਿ ਉਹ ਤਾਂ ਪੱਥਰ ਹੋਈ ਹੈ ਤੇ ਉਸ ਵੱਲ ਤੱਕਦਿਆਂ ਹੌਲ ਪੈਂਦਾ ਹੈ। ਇਸ ਵੇਲੇ ਝੱਖੜ ਝੁੱਲ ਰਿਹਾ ਸੀ। ਉੱਥੋਂ ਹੋਰ ਆਦਮੀ ਆਏ। ਜਾਂ ਉਹਨਾਂ ਨੇ ਆ ਕੇ ਅੰਦਰ ਝਾਤ ਪਾਈ ਤਾਂ ਉਹ ਵੀ ਸਹਿਮੇ। ਇੱਕ ਦਾ ਸਿਰ ਘਬਰਾਇਆ ਤੇ ਦੂਸਰੇ ਦਾ ਕਲੇਜਾ ਤਰਬਕਿਆ। ਜਿਕਰ ਸੱਪ ਨਿਕਲੇ ਤੇ ਲੋਕ ਦੂਰੋਂ ਦੀਵਾ ਅੱਗੇ ਕਰ ਕਰ ਦੇਖਦੇ ਹਨ, ਪਰ ਅੱਗੇ ਕਦਮ ਇੱਕ ਨਹੀਂ ਪੁੱਟਦੇ। ਤਿਵੇਂ ਇਹ ਸਿਪਾਹੀ ਦੀਵਾ ਅੱਗੇ ਕਰ ਕਰਕੇ ਦੇਖਣ ਦਾ ਯਤਨ ਕਰਨ, ਪਰ ਪੈਰ ਦਲੀਜੋਂ ਅੰਦਰ ਨਾ ਪਾਉਣ। ਛੇਕੜ ਇਹ ਵੀ ਹੌਲ ਖਾ ਖਾ ਕੇ ਮੁੜ ਗਏ। ਸ਼ੀਲ ਕੌਰ ਐਸੀ ਨਿਮਗਨ ਸੀ ਕਿ ਉਸ ਵੇਲੇ ਕੋਈ ਸਿਰ ਕੱਢ ਦਿੰਦਾ ਤਦ ਵੀ ਉਸ ਨੂੰ ਪਤਾ ਨਾ ਲੱਗਦਾ। ਸ਼ੀਲ ਕੌਰ ਬੇਹੋਸ਼ ਨਹੀਂ ਸੀ, ਪਰ ਆਪਣੇ ਆਪ ਵਿੱਚ ਨਿਮਗਨ ਐਸੀ ਜੁੜੀ ਹੋਈ ਸੀ ਕਿ ਮਾਨੋ ਬੇਸੁੱਧੀ ਸੀ, ਪਰ ਉਹ ਸੀ ਲਿਵ ਦੀ ਅੰਤਰਮੁਖ ਜੁੜ ਵਿੱਚ। ਜਦ ਜਮਾਦਾਰ ਨੇ ਸੁਣਿਆ ਕਿ ਉਹ ਬੀਬੀ ਪੱਥਰ ਹੋਈ ਬੈਠੀ ਹੈ ਤੇ ਉਸ ਕੋਲ ਜਾਂਦਿਆਂ ਹੌਲ ਉੱਠਦਾ ਹੈ ਤੇ ਇੱਕ ਤੋਂ ਵਧੇਕ ਆਦਮੀ ਸਾਖ ਭਰਦੇ ਹਨ, ਤਦ ਉਸ ਦਾ ਦਿਲ ਵੀ ਕੁਝ ਸਹਿਮਿਆ। ਪਾਪ ਕਰਨ ਵੇਲੇ ਦਿਲ ਭਾਵੇਂ ਕਰੜਾ ਹੁੰਦਾ ਹੈ, ਪਰ ਜੇ ਕਦੇ ਭੈ ਦੀ ਨੋਕ ਉਸ ਵੇਲੇ ਹਿਰਦੇ ਵਿੱਚ ਚੁੱਭ ਜਾਵੇ ਤਦ ਕਾਇਰਤਾ ਜ਼ੋਰ ਪਾ ਲੈਂਦੀ ਹੈ। ਜਮਾਦਾਰ ਜੀ ਸਨ ਇੱਕ ਕੁਲੀਨ ਪੁਰਖ, ਇਖਲਾਕੀ ਸਾਹਿਤ ਵੀ ਪੜ੍ਹੇ ਹੋਏ ਸਨ, ਦਿਲ ਦੇ ਵੀ ਕਠੋਰ ਨਹੀਂ ਸਨ। ਸੀ ਤਾਂ ਕੁਸੰਗ ਦਾ ਅਸਰ ਸੀ ਤੇ ਆਪਣੇ ਮਹਿਕਮੇ ਦੇ ਮਾੜੇ ਲੋਕਾਂ ਦੀ ਰੀਸੋ ਰੀਸੀ ਮਾੜਾ ਅਸਰ ਲੈ ਲੈ ਮਾੜੇ ਹੋ ਰਹੇ ਸੀ। ਹੁਣ ਜਦ ਸਹਿਮ ਛਾਇਆ ਤਾਂ ਆਪਣੇ ਧਰਮ ਵਿੱਚ ਜੋ ਸਮਾਚਾਰ ਭਲੇ ਪੁਰਸ਼ਾਂ ਦੇ ਪੜ੍ਹੇ ਹੋਏ ਸਨ ਔਰ ਦੁਸ਼ਟਾਂ ਦੇ ਤਸੀਆਂ ਹੇਠ ਖੁਦਾ ਦੀ ਉਹਨਾਂ ਨਾਲ ਮੈਤਰੀ ਦੇ ਸਮਾਚਾਰ ਸੁਣੇ ਹੋਏ ਸਨ, ਸਾਰੇ ਚੇਤੇ ਆ ਗਏ। ਦਾਨੀਆਲ ਦਾ ਸ਼ੇਰਾਂ ਅੱਗੇ ਸਿੱਟੇ ਜਾਣਾ ਤੇ ਸ਼ੇਰਾਂ ਦਾ ਉਸ ਦੇ ਪੈਰ ਚੁੰਮੜੇ, ਫਰਊਨ ਦੇ ਜ਼ੁਲਮਾਂ ਹੇਠ ਮੂਸਾ ਦਾ ਵਾਲ ਵਿੰਗਾ ਨਾ ਹੋਣਾ, ਸਭ ਮਾਜਰੇ ਅੱਖਾਂ ਅੱਗੇ ਆ ਖਲੋਤੇ। ਦਿਲ ਵਿੱਚ ਟੋਏ ਪੈਂਦੇ ਜਾਣ, ਉਹਨਾਂ ਟੋਇਆਂ ਵਿੱਚ ਕੀਤੇ ਕੁਕਰਮਾਂ ਦੇ ਡੰਗ ਵੱਜਦੇ ਜਾਣ, ਪਰ ਆਪਣੇ ਸਿਪਾਹੀਆਂ ਵਿੱਚ ਪਤਾ ਨਾ ਲੱਗ ਜਾਏ ਕਿ ਇਹ ਵੀ ਡਰ ਗਿਆ ਹੈ, ਇਸ ਲਈ ਹੌਸਲੇ ਦੀਆਂ ਗੱਲਾਂ ਕਰੀ ਜਾਵੇ। ਇੱਕ ਹੋਰ ਹੌਸਲਾ ਕਰਦਿਆਂ ਵੀ ਰੰਗ ਉੱਡਣ ਲੱਗ ਗਿਆ। ਧੀਰਜ ਵਾਲੀ ਸੂਰਤ ਬਣਾਵੇ ਪਰ ਬਣੇ ਨਾ। ਹੌਸਲੇ ਦਾ ਦਿਖਾਵਾ ਦੱਸਣ ਲਈ ਆਪ ਉੱਠੇ ਔਰ ਤੁਰੇ ਕਿ ਚਲੋ ਦੇਖੀਏ ਕੀ ਹੈ। ਜਾਂ ਆਪ ਬਾਹਰ ਨਿਕਲੇ ਤਾਂ ਇੱਕ ਬੁੱਲੇ ਨਾਲ ਦੀਵਾ ਬੁਝ ਗਿਆ। ਕਨਕੋਰ ਘਟਾਂ ਨਾਲ ਕਿਰੀ ਤੇ ਕਾਲੀ ਬੋਲੀ ਰਾਤ ਨੇ ਹੋਰ ਡਰ ਦਾ ਸਮਾਂ ਬੰਨ ਦਿੱਤਾ। ਕਿਸੇ ਪਾਸਿਓਂ ਉੱਲੂ ਦੀ ਆਵਾਜ਼ ਆਈ, ਕਲੇਜਾ ਹੋਰ ਸਹਿਮ ਗਿਆ। ਝਾਖਣ ਤਾਂ ਝੋਲੀ ਰਿਹਾ ਸੀ, ਹੁਣ ਖਿਉਂਦਾ ਵੀ ਸੀ ਤੇ ਗੱਜਦਾ ਵੀ ਸੀ।
ਹਨੇਰੇ ਵਿੱਚ ਗੋਲ-ਗੋਲ ਛੱਲੇ ਅੱਖਾਂ ਅੱਗੇ ਆਉਣ, ਜੋ ਵੱਡੇ-ਵੱਡੇ ਹੁੰਦੇ ਮੂੰਹ ਪਾੜ-ਪਾੜ ਡਰਾਉਣ ਔਰ ਉੱਡਦੇ ਜਾਣ, ਹੋਰ ਉਹਨਾਂ ਦੀ ਥਾਂ ਆਉਂਦੇ ਜਾਣ। ਛੇਕੜ ਫਿਰ ਕਜ-ਕਜਾ ਕੇ ਦੀਵਾ ਆਇਆ, ਫਿਰ ਤੁਰੇ। ਜਦ ਕੋਠੜੀ ਦੇ ਕੋਲ ਪਹੁੰਚੇ ਤਾਂ ਦੀਵੇ ਵਾਲੇ ਨੂੰ ਠੁੱਡਾ ਲੱਗਾ। ਦੀਵਾ ਡਿੱਗ ਪਿਆ ਤੇ ਚੁੱਕਣ ਵਾਲਾ ਢਹਿ ਪਿਆ। ਜਮਾਦਾਰ ਨੇ ਕੋਠੜੀ ਦੇ ਅੰਦਰ ਝਾਤ ਪਾਈ ਤਾਂ ਕੀ ਚਾਵਲਾ ਪਿਆ ਕਿ ਮਾਨੋ ਅੱਗ ਬਲ ਰਹੀ ਹੈ, ਪਰ ਬੀਬੀ ਤੇ ਉਸਦੇ ਪੁੱਤਰ ਨੂੰ ਸਾੜਦੀ ਨਹੀਂ। ਜਮਾਦਾਰ ਨੇ ਦਲੀਜਾਂ ਤੇ ਪੈਰ ਰੱਖਿਆ ਤਾਂ ਸੇਕ ਲੱਗਾ। ਡਰ ਕੇ ਪਿੱਛੇ ਹਟ ਖਲੋਤਾ। ਇਸ ਦੇ ਨਾਲ ਦਾ ਇੱਕ ਸਿਪਾਹੀ ਕੀ ਦੇਖਦਾ ਹੈ ਕਿ ਇੱਕ ਸ਼ੇਰ ਮਾਂ ਪੁੱਤਰਾਂ ਦੇ ਦੁਆਲੇ ਪਰਕਰਮਾ ਕਰ ਰਿਹਾ ਹੈ ਔਰ ਘੂਰ ਕੇ ਇਹਨਾਂ ਵੱਲ ਤੱਕਦਾ ਹੈ। ਫਿਰ ਉਸਨੂੰ ਐਵੇਂ ਲੱਗਾ ਕਿ ਸ਼ੇਰ ਗੱਜਿਆ ਔਰ ਸਿਪਾਹੀ ਡਰ ਕੇ ਡਿੱਗ ਪਿਆ। ਬਾਹਰ ਬਿਜਲੀ ਕੜਕ ਰਹੀ ਸੀ, ਅੰਦਰ ਬਿਜਲੀ ਦੀ ਲਿਸ਼ਕ ਨਾਲ ਭਰ ਗਿਆ ਸੀ। ਹੁਣ ਫਿਰ ਬਾਹਰੋਂ ਕੜਕਵੀਂ ਗਰਜ ਉੱਠੀ। ਚਾਵਲਾ ਪਿਆ ਕਿ ਕੋਈ ਅੱਲਾ ਵਾਲੇ ਸਾਹਿਬ ਖੜੇ ਹਨ ਔਰ ਅਜ਼ਰਾਈਲ ਫਰਿਸ਼ਤੇ ਨੂੰ ਕੁਝ ਐਵੇਂ ਦਾ ਕਹਿ ਰਹੇ ਹਨ, इन सिपाहियों को और जमादार को गंधक के जलते हुए दोज़ख में डाल दो। ਮੀਂਹ ਹੁਣ ਮੋਲੇ ਧਾਰ ਵਸ ਰਿਹਾ ਸੀ ਤੇ ਹਨੇਰੀ ਜ਼ੋਰ ਦੀ ਵਗ ਰਹੀ ਸੀ। ਸਿਪਾਹੀ ਨੂੰ ਕੀ ਚਾਵਲਾ ਪਿਆ ਕਿ ਫਰਿਸ਼ਤਾ ਗੁਰਜ ਉਲਾਰਦਾ ਹੈ। ਸਹਿਮ ਖਾ ਕੇ ਇਸ ਦਾ ਸਿਰ ਚਕਰਾਇਆ ਤੇ ਡਿੱਗ ਪਿਆ। ਜਮਾਦਾਰ ਭੈਭੀਤ ਹੋ ਰਿਹਾ ਸੀ, ਸੋਚ ਵੀ ਰਿਹਾ ਸੀ ਕਿ ਇਹ ਕਿਹਕੋਂ ਪੈ ਹਟੇ। ਤਾਂ ਹੁਣ ਦੂਜੇ ਸਿਪਾਹੀ ਨੂੰ ਮੁਫਤੀ ਰੁਕਨੁਦੀਨ ਵੱਲ ਤੋਰਿਆ ਕਿ ਜਾ ਕੇ ਉਸਨੂੰ ਜਗਾ ਲਿਆਵੇ, ਜੋ ਉਹ ਕੋਈ ਕਲਾਮ ਪੜ੍ਹ ਕੇ ਇਸ ਭੈ ਨੂੰ ਦੂਰ ਕਰੇ। ਕੰਬਦੇ ਦਿਲ ਸਿਪਾਹੀ ਉਧਰ ਗਿਆ। ਜਮਾਦਾਰ ਭਾਰੀ ਸਹਿਮ ਵਿੱਚ ਸੀ। ਬਾਬੇ ਬੰਦੇ ਦੇ ਵੇਲੇ ਤੋਂ ਆਮ ਮੁਸਲਮਾਨਾਂ ਵਿੱਚ ਪੱਕਾ ਖਿਆਲ ਬੈਠਾ ਹੋਇਆ ਸੀ ਕਿ ਸਿੱਖਾਂ ਕੋਲ ਕੋਈ ਕਲਾਮ ਹੈ ਜੋ ਬੜੀ ਤਾਸੀਰ ਵਾਲੀ ਹੈ। ਜਮਾਦਾਰ ਸੋਚਦਾ ਸੀ ਕਿ ਇਹ ਤਰੀਮਤ ਵੀ ਉਹਨਾਂ ਕਲਾਮਾਂ ਤੋਂ ਵਾਕਫ ਹੋਣੀ ਹੈ ਜੋ ਲੋਕੀ ਦੱਸਦੇ ਹਨ ਕਿ ਸਿੱਖ ਲੋਕ ਪੜ੍ਹ ਕੇ ਆਪਣਾ ਆਪ ਬਚਾ ਲੈਂਦੇ ਹਨ। ਠੀਕ ਹੈ, ਅੱਜ ਸਾਰਾ ਦਿਨ ਜਦ ਮੈਂ ਇਸ ਨੂੰ ਦੇਖਣ ਆਉਂਦਾ ਰਿਹਾ ਹਾਂ ਤਾਂ ਇਸ ਦੇ ਬੁੱਲ ਫਰਕ ਦੇ ਹੀ ਦਿਸਦੇ ਰਹੇ। ਇਹ ਜ਼ਰੂਰ ਕੋਈ ਕਲਾਮ ਪੜ੍ਹਦੀ ਪਈ ਸੀ। ਕੀ ਕੀਤਾ ਜਾਵੇ? ਹੁਣ ਮੁਫਤੀ ਸਾਹਿਬ ਆ ਗਏ। ਆਏ ਤਾਂ ਸਹੀ, ਪਰ ਸਹਿਮੇ ਹੋਏ ਕੋਠੜੀ ਦਾ ਜੋ ਸਮਾਚਾਰ ਸੁਣ ਚੁੱਕੇ ਸਨ, ਐਸਾ ਜੀ ਪਰ ਬੈਠਾ ਸੀ ਕਿ ਆਪ ਆ ਕੇ ਹੌਸਲੇ ਦੇ ਖੰਗੂਰੇ ਤਾਂ ਮਾਰਨ ਪਰ ਉਧਰ ਤੱਕਣ ਹੀ ਨਾ। ਜਮਾਦਾਰ ਨੇ ਕਿਹਾ, ਮੁਫਤੀ ਜੀ ਕੋਈ ਕਲਾਮ ਪੜ੍ਹੋ। ਮੁਫਤੀ ਜੀ ਆਇਤ ਕਰੀਮਾ ਪੜ੍ਹਨ ਲੱਗ ਗਏ, ਪਰ ਸੁਰ ਥਿਤਕਵੀਂ ਨਿਕਲੇ। ਹੁਣ ਜ਼ਮੀਨ ਭੂਚਾਲ ਨਾਲ ਕੰਬੀ। ਉਤੋਂ ਬਦਲਾਂ ਦੀ ਗੜਗੜ ਦਾ ਸ਼ਬਦ ਉੱਠਿਆ, ਪਰ ਭਾਸਿਆ ਐਂ ਕਿ ਜ਼ਮੀਨ ਦੇ ਅੰਦਰੋਂ ਕੋਈ ਆਵਾਜ਼ ਆਈ ਹੈ। ਉਹਨਾਂ ਜਾਤਾ ਕਿ ਜ਼ਮੀਨ ਪਾੜ ਚੱਲੀ ਹੈ। ਮੁਫਤੀ ਤੇ ਸਿਪਾਹੀ ਤਾਂ ਇੱਕ ਰੁਖ ਨੱਠੇ, ਪਰ ਪੱਲਾ ਇੱਕ ਬ੍ਰਿਛ ਦੇ ਖੂੰਗੇ ਨਾਲ ਅੜ ਗਿਆ। ਉਹਨਾਂ ਜਾਤਾ ਕਿਸੇ ਭੂਤ ਨੇ ਫੜ ਲਿਆ ਹੈ। ਡੱਡਿਆ ਕਿ ਡਿੱਗੇ। ਜਮਾਦਾਰ ਸਾਹਿਬ ਨੇ ਕਈ ਸ਼ਕਲਾਂ ਵੇਖੀਆਂ, ਪਰ ਫਿਰ ਨੱਠੇ। ਕੀ ਦੇਖਦੇ ਹਨ ਕਿ ਕੋਠੜੀ ਦੀ ਅੱਗ ਵਿੱਚੋਂ ਬਿਜਲੀ ਉੱਠੀ ਔਰ ਕੜਕ ਕੇ ਅੱਗੇ ਤੁਰ ਪਈ ਔਰ ਐਸੇ ਜ਼ੋਰ ਦੀ ਵੱਜਦੀ ਭਾਸੀ ਕਿ ਧਬਕ ਖਾ ਕੇ ਡਿੱਗੇ। ਕੱਪੜਿਆਂ ਨੂੰ ਅੱਗ ਲੱਗ ਗਈ ਜਾਪੀ। ਅਸਹਿ ਪੀੜਾ ਨੇ ਵਿਆਕੁਲ ਕਰ ਦਿੱਤਾ। ਫਿਰ ਕੀ ਦੇਖਦੇ ਹਨ ਕਿ ਅਜ਼ਰਾਈਲ ਨੇ ਫੜ ਕੇ ਅੱਗ ਦੇ ਨਰਕ ਵਿੱਚ ਪਾ ਦਿੱਤਾ ਹੈ ਔਰ ਉੱਥੇ ਚੁੜ ਰਿਹਾ ਹੈ, ਪਰ ਜਿੰਦ ਨਹੀਂ ਮਰਦੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।